देखो जी, ये ਐਤਵਾਰ ਨੂੰ ਜਦੋਂ 13 ਤਰੀਕ ਨੂੰ ਸਾਨੂੰ ਫੋਨ ਆਇਆ ਤਕਰੀਬਨ 9:10 ਤੇ ਇਹਦੇ ਵੱਲੋਂ ਇਹ ਪਲਾਨ ਬਣਾਇਆ ਗਿਆ ਵੀ ਮੇਰਾ ਬੱਚਾ ਕਿਡਨੈਪ ਕਰ ਲਿਆ ਗਿਆ ਕਿਸੇ ਵੱਲੋਂ। ਸੂਏ ਦੇ ਵਿੱਚ ਛੁੱਟੀ ਆ ਵੀ ਇਹਨੇ ਗਲਾ ਘੁੱਟ ਕੇ ਕੀ ਕੀਤਾ ਇਹਨੇ? ਗਲਾ ਰੱਸੀ ਗਲ ਚ ਰੱਸੀ ਗਲ ਚ ਹੈ ਜੀ। ਆਵੇ ਵਿੱਚ ਪੇੜ ਮਾਰਨ ਨੂੰ ਜੀ ਨਹੀਂ ਗਾ ਕਰਦਾ ਜੀ। ਇਹ 14 ਸਾਲੀ ਬੱਚਾ ਹੋਇਆ ਹੈ ਗੁੱਡੀ ਦੇ। ਹਾਂਜੀ, ਕੀ ਕੋਈ ਘਰ ਦਾ ਕੋਈ ਕਲੇਸ਼ ਸੀ, ਕੋਈ ਘਰੇਲੂ ਕਲੇਸ਼ ਸੀ ਕੀ? ਕੋਈ ਜਿੱਡੀ ਵੱਡੀ ਇਹ ਗੱਲ ਹੋ ਗਈ ਅਸੀਂ ਸੋਚ ਵੀ ਨਹੀਂ ਸਕਦੇ। ਸਾਨੂੰ ਇਹ ਮਤਲਬ ਕਿ ਆਸ ਨਹੀਂ ਕੋਈ ਹੈਗੀ ਜਿਹੜਾ ਇਹ ਕੰਮ ਨੇ ਕਰਤਾ। ਕੁੜੀ ਤਾਂ ਅਜੇ ਤੱਕ ਯਕੀਨ ਨਹੀਂ ਕਰਨ ਡਈ ਕਿ ਇਹ ਮੇਰਾ ਘਰ ਵਾਲਾ ਹੀ ਇਹ ਕੰਮ ਕਰ ਸਕਦਾ। ਹਾਂਜੀ, ਉਹ ਚੀਜ਼ ਇੱਕ ਸੋਚਣ ਡਈ ਆ ਕਿ ਨਹੀਂ ਇਹ ਕਰ ਹੀ ਨਹੀਂ ਸਕਦਾ ਇਹਦਾ। ਆਪ ਇਹਨੇ ਇਹ ਮੰਨ ਲਈ, ਐਡਮਿਟ ਕੀਤੀ? ਇਹਨੇ ਸਰ ਸਾਹਮਣੇ ਸ਼ਾਮੀ ਜਿਹੜਾ ਵਾ ਨਾ ਮੁਲਾਜ਼ਮ ਜਦੋਂ ਆਇਆ, ਮੁਲਾਜ਼ਮਾਂ ਕੋਈ ਇਹਨੇ ਸ਼ਾਮੀ ਮੰਨ ਗਿਆ ਵਾ। ਇਹਨੇ ਇਹ ਗੱਲ ਕਹੀ ਆ ਕਿ ਮੇਰੇ ਮੋਟਰਸਾਈਕਲ ਤੋਂ ਡਿੱਗ ਕੇ ਸੱਟ ਲੱਗਣ ਦਾ ਕਾਰਨ ਜਦੋਂ ਸੱਟ ਲੱਗੀ ਮੈਂ ਇਹਨੂੰ ਸੂਏ ਸੁੱਟ ਦਿੱਤਾ। ਪਰ ਫਿਰ ਜਦੋਂ ਇਹ ਮਤਲਬ ਕਿ ਇਹਨੇ ਆਪਦਾ ਮੋਬਾਈਲ ਲੱਭ ਕੇ ਦਿੱਤਾ ਜੀ, ਜਿੱਥੇ ਉਹ ਬਾਅਦ ਚ ਡੇਰਾ ਸਾਹਿਬ ਦੇ ਲਾਗੇ ਜਾ ਕੇ ਲੁਹਾਰ ਪਿੰਡ ਦੇ ਲਾਗੇ ਡੇਰਾ ਸਾਹਿਬ ਡਿੱਗਾ ਵਾ, ਇਹਨੇ ਜਦੋਂ ਬਾਅਦ ਚ ਦੱਸਿਆ ਕਿ ਮੇਰਾ ਜਿਹੜਾ ਵਾ ਨਾ ਮੋਬਾਈਲ ਉੱਥੇ ਆ। ਜਦੋਂ ਮੋਬਾਈਲ ਲੱਭ ਗਿਆ ਫਿਰ ਸਾਨੂੰ ਸ਼ੱਕ ਪੂਰਾ ਫੁੱਲ ਹੋ ਗਿਆ ਜੀ। ਇਹਨੇ ਮਤਲਬ ਕਿ ਜਿਹੜੀ ਕਾਰਵਾਈ ਕੋਈ ਕੀਤੀ ਆ। ਤਰਨਤਾਰਨ ਦੇ ਪਿੰਡ ਰਾਹਲ ਚਾਹਲ ਦੇ ਵਿੱਚ 3 ਸਾਲਾ ਗੁਰਸੇਵਕ ਨਾਮ ਦੇ ਬੱਚੇ ਦਾ ਉਸਦੇ ਹੀ ਪਿਓ ਦੇ ਵੱਲੋਂ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਹੈ। ਔਰ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਬੱਚੇ ਦੀ ਜੋ ਮ੍ਰਿਤਕ ਦੇਹ ਹੈ, ਜੋ ਡੈੱਡ ਬੋਡੀ ਹੈ, ਉਹ ਹੁਣ ਇੱਥੇ ਹਸਪਤਾਲ ਦੇ ਵਿੱਚ ਲੈ ਕੇ ਆਈ ਜਾ ਰਹੀ ਹੈ। ਔਰ ਜਿਸ ਤਰੀਕੇ ਦੇ ਨਾਲ ਕੱਲ ਸ਼ਾਮ ਤੋਂ ਹੀ ਇਹ ਸਸਪੈਂਸ ਲਗਾਤਾਰ ਬਰਕਰਾਰ ਬਣਿਆ ਹੋਇਆ ਸੀ ਕਿ ਆਖਿਰਕਾਰ ਬੱਚਾ ਗਿਆ ਕਿੱਥੇ, ਬੱਚੇ ਨੂੰ ਕਿਸਨੇ ਅਗਵਾ ਕਰ ਲਿੱਤਾ। ਔਰ ਬਾਅਦ ਦੇ ਵਿੱਚ ਜਦੋਂ ਖੁਲਾਸੇ ਹੁੰਦੇ ਨੇ ਕਿ ਉਸਦਾ ਪਿਤਾ ਹੀ ਜੋ ਕਾਤਲ ਦਰਿੰਦਾ ਹੈ ਉਹੀ ਉਸਦਾ ਕਾਤਲ ਨਿਕਲਦਾ ਹੈ ਔਰ ਉਸਦੇ ਵੱਲੋਂ ਹੀ ਜੋ ਹੈ ਉਹ ਬੋਡੀ ਨੂੰ ਗਲਾ ਘੋਟ ਕੇ ਜੋ ਹੈ ਉਹ ਉਸਦਾ ਕਤਲ ਕਰ ਦਿੱਤਾ ਜਾਂਦਾ ਹੈ। ਤਾਂ ਇਹ ਤਸਵੀਰਾਂ ਦੇ ਵਿੱਚ ਤੁਸੀਂ ਵੇਖੋਗੇ ਇਸ ਵੇਲੇ ਪਰਿਵਾਰਕ ਜੀ ਜਿਹੜੇ ਨੇ ਉਹ ਪਹੁੰਚ ਰਹੇ ਨੇ ਔਰ ਇਹਨਾਂ ਦੇ ਵੱਲੋਂ ਹੁਣ ਇਸ ਥਾਂ ਦੇ ਉੱਤੇ ਹਸਪਤਾਲ ਦੇ ਵਿੱਚ ਜੋ ਹੈ ਉਹ ਜੋ ਬੋਡੀ ਹੈ ਉਸ ਨੂੰ ਲੈ ਕੇ ਆਇਆ ਗਿਆ ਔਰ ਉਸ ਤੋਂ ਬਾਅਦ ਜੋ ਇਸ ਦਾ ਪੋਸਟਮਾਰਟਮ ਹੈ ਉਹ ਕਰਵਾਇਆ ਜਾਊਗਾ। ਤਾਂ ਬੜੇ ਚਾਵਾਂ ਦੇ ਨਾਲ, ਬੜੇ ਲਾਡਾਂ ਦੇ ਨਾਲ ਮਾਪੇ ਸੁਪਨੇ ਸੋਚਦੇ ਨੇ ਬੱਚੇ ਦੇ ਵਾਸਤੇ। ਔਰ ਦੱਸਿਆ ਜਾ ਰਿਹਾ ਹੈ ਕਿ 12 ਸਾਲ ਬਾਅਦ ਘਰ ਦੇ ਵਿੱਚ ਇਹਨਾਂ ਦੇ ਪੁੱਤਰ ਦੀ ਦਾਤ ਹੋਈ ਸੀ। ਇੱਕ ਪਹਿਲਾਂ ਬੇਟੀ ਸੀ ਔਰ ਉਸ ਤੋਂ ਬਾਅਦ 12 ਸਾਲ ਬਾਅਦ ਜੋ ਹੈ ਉਹ ਪੁੱਤਰ ਦੀ ਦਾਤ ਇਹਨਾਂ ਨੂੰ ਮਿਲੀ ਸੀ। ਔਰ ਨਾਲ ਹੀ ਪਰਿਵਾਰਕ ਜੀ ਜਿਹੜੇ ਨੇ ਉਹ ਮੌਜੂਦ ਨੇ, ਗੱਲਬਾਤ ਕਰਦੇ ਆ ਕਿਵੇਂ ਇਸ ਪੂਰੀ ਘਟਨਾ ਨੂੰ ਇਹਨਾਂ ਨੇ ਅੰਜਾਮ ਦਿੱਤਾ। ਇਸ ਦੇ ਪਿਤਾ ਨੇ, ਬਾਈ ਜੀ ਕੀ ਹੋਇਆ, ਮਤਲਬ ਜਿਹੇ ਕੀ ਹਾਲਾਤ ਬਣ ਗਏ ਕਿ ਖੂਨ ਦੇ ਰਿਸ਼ਤੇ ਜਿਹੜੇ ਨੇ ਉਹੀ ਚੱਟੇ ਹੋ ਗਏ, ਪਿਓ ਨੇ ਹੀ ਆਪਣੇ ਪੁੱਤ ਦਾ ਕਤਲ ਕਰ ਦਿੱਤਾ? ਦੇਖੋ ਜੀ, ਇਹ ਐਤਵਾਰ ਨੂੰ ਜਦੋਂ 13 ਤਰੀਕ ਨੂੰ ਸਾਨੂੰ ਫੋਨ ਆਇਆ ਤਕਰੀਬਨ 9:10 ਤੇ ਇਹਦੇ ਵੱਲੋਂ ਇਹ ਪਲਾਨ ਬਣਾਇਆ ਗਿਆ ਵੀ ਮੇਰਾ ਬੱਚਾ ਕਿਡਨੈਪ ਕਰ ਲਿਆ ਗਿਆ ਕਿਸੇ ਵੱਲੋਂ। ਪਰ ਜਦੋਂ ਅਸੀਂ ਗਏ ਤਾਂ ਰਾਤ ਭਰ ਅਸੀਂ ਇੱਥੇ ਛਾਣਬੀਣ ਕੀਤੀ ਆਪਦੇ ਵੱਲੋਂ। ਪੁਲਿਸ ਨੇ ਵੀ ਆਪਦੀ ਕਾਰਵਾਈ ਰਾਤ ਉਸੇ ਟਾਈਮ ਸ਼ੁਰੂ ਕਰਤੀ। ਪਰ ਇਹ ਜਿਹਨੇ ਬਾਅਦ ਵਿੱਚ ਕੱਲ ਜਿਹਦੀ ਪੁੱਛਗਿੱਛ ਪਤਾ ਲੱਗਾ ਜੋ ਕਾਰਵਾਈ ਅੱਗੇ ਵਧਾਈ ਕੱਲ ਪੁਲਿਸ ਨੇ, ਤੇ ਫਿਰ ਇਹ ਆਪਦੀ ਲੋਕੇਸ਼ਨ ਚੇਂਜ ਕਰ ਗਿਆ। ਇਹ ਕਹਿੰਦਾ ਕਿ ਮੇਰਾ ਬੱਚਾ ਇੱਥੇ ਨਹੀਂ ਕਿਡਨੈਪ ਹੋਇਆ, ਦੂਸਰੀ ਜਗ੍ਹਾ ਤੋਂ ਹੋਇਆ। ਫਿਰ ਉਹਦੇ ਵਿੱਚ ਸ਼ੱਕ ਦੇ ਦਾਇਰੇ ਵਿੱਚ ਆ ਗਿਆ। ਬੋਡੀ ਆ ਚੁੱਕੀ ਹੈ? ਬਿਲਕੁਲ ਜੀ, ਇਹ ਪਛਾਣ ਹੋ ਚੁੱਕੀ ਹੈ, ਬੱਚਾ ਸਾਡਾ ਹੀ ਆ। ਹਾਂਜੀ, ਸੂਏ ਦੇ ਵਿੱਚ ਸੁੱਟੀ ਹੋਈ ਸੀ? ਬਿਲਕੁਲ ਜੀ, ਸੂਏ ਦੇ ਵਿੱਚ ਸੁੱਟੀ ਆ ਵੀ ਇਹਨੇ। ਗਲਾ ਘੁੱਟ ਕੇ ਕੀ ਕੀਤਾ ਇਹਨੇ? ਗਲਾ ਰੱਸੀ ਗਲ ਚ ਰੱਸੀ ਗਲ ਚ ਹੈ ਜੀ। ਆਵੇ ਬੱਚੇ ਦੇ ਗਲ ਚ ਰੱਸੀ ਅਜੇ ਵੀ ਆਵੇ। ਹੁਣ ਉਹ ਅਜੇ ਹਵੇ ਪਿਆ ਨਾ, ਉਹ ਨੰਗੇ ਕੇ ਮੂੰਹ ਦਿਖਾ ਦਿੰਨੇ ਹੈਗੇ। ਹਾਂਜੀ, ਬੱਚੇ ਦੇ ਗਲ ਵਿੱਚ ਆ ਰੱਸੀ, ਅਜੇ ਵੀ ਗਲ ਵਿੱਚ ਆ। ਇੰਨਾ ਕੋਈ ਕਿਵੇਂ ਬੇਦਰਦ ਹੋ ਸਕਦਾ ਹੈ? ਕੀ ਬੱਚੇ ਵਿੱਚ ਪੇੜ ਮਾਰਨ ਨੂੰ ਜੀ ਨਹੀਂ ਗਾ ਕਰਦਾ ਜੀ। ਇਹ 14 ਸਾਲੀ ਬੱਚਾ ਹੋਇਆ ਹੈ ਗੁੱਡੀ ਦੇ। ਹਾਂਜੀ, ਗੁੱਡੀ ਜਿਹੜੀ ਉਹ ਏਡੀ ਵੱਡੀ ਹੋਈ ਹੈਗੀ ਤੇ 14 ਸਾਲੀ ਬਾਬੇ ਸ਼ੀਰਾ ਹੁਣ ਨੇ ਅਰਦਾਸ ਕੀਤੀ ਸੀਗੀ। ਤੁਸੀਂ ਰਿਸ਼ਤੇ 'ਚ ਕੀ ਲੱਗਦੇ ਹੋ? ਤੁਹਾਡੇ ਪਿੰਡਾਂ 'ਚ ਹੀ ਹੈ? ਹਾਂਜੀ ਹਾਂਜੀ ਹਾਂਜੀ, ਭੈੜੀ ਹੈ ਪਿੰਡ ਸਾਡੇ। ਹਾਂਜੀ, ਔਰ ਕੀ ਕੋਈ ਘਰ ਦਾ ਕੋਈ ਕਲੇਸ਼ ਸੀ, ਕੋਈ ਘਰੇਲੂ ਕਲੇਸ਼ ਸੀ ਕੀ? ਨਹੀਂ, ਘਰੋਂ ਤੇ ਆਏ ਬਾਬੇ ਇੱਥੇ ਕੀ ਨਾਮ ਆਪਣੇ ਸ਼ੀਰਾ ਹੋ ਕੇ ਮੱਥਾ ਟੇਕਣੇ ਸੀ। ਹਾਂਜੀ, ਤੇ ਇਸ ਗੱਲ ਦਾ ਤੇ ਪਤਾ ਹੀ ਨਹੀਂ ਗਾ। ਨਹੀਂ ਤੇ ਇਸ ਵੇਲੇ ਪਹਿਲੀ ਗੱਲ ਤੇ ਇਸ ਵੇਲੇ ਬੰਦਾ ਤੁਰਦਾ ਹੀ ਨਹੀਂ ਨੇਰੇ ਘਰੋਂ ਹੀ। ਵੀ ਜਿਹੜੇ ਬੰਦੇ ਨੂੰ ਡਰਦਾ ਵਾ ਨਾ, ਤੁਸੀਂ ਸਿਆਣੇ ਆ ਗਏ ਹੁਣ ਤੇ ਜਿੱਥੇ ਵੀ ਜਾਣਾ 6 ਵਜੇ 5 ਵਜੇ ਤੋਂ ਪਹਿਲਾਂ ਘਰੇ ਬੈਠਾ ਹੋਵੇ। ਹਾਂਜੀ, ਘਰਦਿਆਂ ਨੂੰ ਅਜੇ ਉਹਨਾਂ ਦੀ ਪਤਨੀ ਨੂੰ, ਮਾਤਾ ਨੂੰ ਦੱਸਤਾ ਕਿ ਬੱਚੇ ਦੀ ਮੌਤ ਹੋ ਗਈ ਹੈ? ਕਿਉਂਕਿ ਕੱਲ ਤੱਕ ਤਾਂ ਨਹੀਂ ਦੱਸਿਆ। ਜੀ ਹਾਂਜੀ, ਸਾਡੀ ਧੀ ਰਾਣੀ ਆ। ਹਾਂਜੀ, ਸਾਨੂੰ ਕੱਲ ਮੁਲਾਜ਼ਮਾਂ ਨੇ ਵੀ ਸਾਡੇ ਨਾਲ ਘੱਲਿਆ। 3 ਵਜੇ ਦੀ ਗੱਲ ਆ। ਆਂਦਾ ਕਿ ਮਤਲਬ ਸਾਨੂੰ ਸਹੀ ਗੱਲ ਨਹੀਂ ਕੀ ਦੱਸਦਾ, ਇਹਨੂੰ ਇਸ ਤਰ੍ਹਾਂ ਕਰੋ ਖੜ ਕੇ ਨਵਾ ਨਵੂ ਕੇ ਤੇ ਤੁਸੀਂ ਬਿਆਨ ਲੈ ਕੇ ਵੇਖੋ। ਅਸੀਂ ਫਿਰ ਮੁੜ ਕੇ ਘਰੇ ਖੜਿਆ, ਸਾਫਾ ਕੋਲ ਤੇ ਮੈਂ ਨਹਾ ਕੇ ਤੇ ਰੋਟੀ ਪਾਣੀ ਛਕ, ਪ੍ਰਸ਼ਾਦਾ ਪਾਣੀ ਛਕਾਇਆ, ਚਾਹ ਪਾਣੀ ਛਕਾਇਆ।
ਗੱਲਬਾਤ ਕੀਤੀ। ਤਾਂ ਤੁਸੀਂ ਆ ਦੇਖੋਗੇ ਚਪੇੜ ਨਹੀਂ ਕਿਸੇ ਨੇ ਵੀ ਮਾਰਨੀ। ਹੁਣ ਜੋ ਮ੍ਰਿਤਕ ਦੇਹ ਹੈ ਉਸ ਮਾਸੂਮ ਬੱਚੇ ਦੀ 3 ਸਾਲਾ ਬੱਚੇ ਦੀ ਉਸ ਨੂੰ ਪੋਸਟਮਾਰਟਮ ਦੇ ਲਈ ਲੈ ਕੇ ਜਾਇਆ ਜਾ ਰਿਹਾ ਹੈ। ਬਹੁਤ ਦੁੱਖ ਹੁੰਦਾ ਹੈ ਜਦੋਂ ਅਸੀਂ ਵੀ ਗਰਾਊਂਡ ਦੇ ਉੱਤੇ ਹੁੰਦੇ ਆ ਔਰ ਜਦੋਂ ਅਸੀਂ ਇਹੋ ਜੀ ਸਾਨੂੰ ਰਿਪੋਰਟਿੰਗ ਕਰਨੀ ਪੈਂਦੀ ਹੈ ਤਾਂ ਬਹੁਤ ਦੁੱਖ ਹੁੰਦਾ ਕਿ ਦੇਖੋ ਕਿੰਨੇ ਚਾਵਾਂ ਦੇ ਨਾਲ ਕਿੰਨੀਆਂ ਸੁੱਖਾਂ ਸੁੱਖ ਕੇ ਉਸ ਮਾਂ ਨੇ ਉਸ ਪਰਿਵਾਰ ਨੇ ਜੋ ਹੈ ਉਹ ਮਿਹਨਤਾਂ ਕੀਤੀਆਂ ਹੋਣਗੀਆਂ ਔਰ ਉਸ ਤੋਂ ਬਾਅਦ ਇਹ ਪੁੱਤਰ ਦੀ ਦਾਤ ਜਿਹੜੀ ਹੈ ਉਹ ਪ੍ਰਾਪਤ ਹੋਈ ਸੀ। ਪਰ ਜਿਸ ਤਰੀਕੇ ਦੇ ਨਾਲ ਇਸ ਬੇਦਰਦ ਪਿਤਾ ਨੇ ਜੋ ਹੈ ਉਹ ਕਤਲ ਕਰ ਦਿੱਤਾ ਔਰ ਨਾਲ ਹੀ ਉਸ ਦੇ ਵੱਲੋਂ ਇਹ ਮਨਘੜਤ ਜਿਹੜੀ ਕਹਾਣੀ ਹੈ ਉਹ ਰਚੀ ਗਈ ਕਿ ਬੱਚਾ ਨੂੰ ਜੋ ਹੈ ਅਗਵਾ ਕਰ ਲਿੱਤਾ ਗਿਆ ਔਰ ਉਸ ਤੋਂ ਬਾਅਦ ਜੋ ਹੈ ਉਸਨੇ ਕੰਪਲੇਂਟ ਕਰਵਾਈ। ਤਾਂ ਇਹ ਬਹੁਤ ਅੱਜ ਦੇ ਜੇ ਦੌਰ ਦੀ ਅਸੀਂ ਗੱਲ ਕਰੀਏ ਤਾਂ ਇਹ ਬੜੇ ਹੈਰਾਨ ਕਰਨ ਵਾਲੀਆਂ ਇਹ ਤਸਵੀਰਾਂ ਨੇ, ਬਹੁਤ ਦਿਲ ਨੂੰ ਵਿਚਲਿਤ ਕਰਨ ਵਾਲੀਆਂ ਤਸਵੀਰਾਂ ਨੇ ਕਿ ਰਿਸ਼ਤੇ ਇੰਨੇ ਕਿਵੇਂ ਚੱਟੇ ਹੋ ਗਏ ਨੇ। ਕੋਈ ਆਪਣੇ ਬੱਚੇ ਨੂੰ ਥੱਪੜ ਮਾਰਦੇ ਹੋਏ ਵੀ 100 ਵਾਰ ਸੋਚਦਾ ਹੈ, ਥੱਪੜ ਮਾਰਦੇ ਹੋਏ ਹੱਥ ਚੱਕਦੇ ਹੋਏ ਵੀ ਬੱਚੇ ਦੇ ਉੱਤੇ ਜੋ ਹੈ ਉਹ ਕਈ ਵਾਰ ਰੂਹ ਕੰਬ ਜਾਂਦੀ ਹੈ। ਪਰ ਇਹ ਕਿਵੇਂ ਇਸ ਇਨਸਾਨ ਦੇ ਵੱਲੋਂ ਜੋ ਹੈ ਉਹ ਆਪਣੇ ਹੀ ਪੁੱਤਰ ਦਾ ਗਲਾ ਘੋਟ ਕੇ ਮਾਰ ਦਿੱਤਾ ਗਿਆ ਔਰ ਤਸਵੀਰਾਂ ਦੇ ਵਿੱਚ ਤੁਸੀਂ ਵੇਖੋਗੇ ਬੱਚੇ ਦੇ ਜੋ ਹੈ ਉਹ ਗਲ 'ਚ ਹੀ ਰੱਸਾ ਪਾਇਆ ਹੋਇਆ ਔਰ ਇਹ ਤਸਵੀਰ ਦੇਖੀ ਨਹੀਂ ਜਾਂਦੀ ਕਿਉਂਕਿ ਇਹ ਹਾਲਾਤ ਜਿਹੜੇ ਤੁਸੀਂ ਦੇਖੋਗੇ ਉਹ ਮਾਪਿਆਂ ਦੇ ਕੀ ਬੀਤਦੀ ਹੋਣੀ ਹੈ, ਉਹ ਮਾਂ ਦੇ ਉੱਤੇ ਕੀ ਬੀਤੂਗੀ ਜਿਸਨੇ 9 ਮਹੀਨੇ ਆਪਣੀ ਕੁੱਖ ਦੇ ਵਿੱਚ ਰੱਖ ਕੇ ਉਸ ਬੱਚੇ ਨੂੰ ਜਨਮ ਦਿੱਤਾ। 14 ਸਾਲ ਬਾਅਦ ਦੱਸਿਆ ਜਾ ਰਿਹਾ ਕਿ ਘਰੇ ਪੁੱਤਰ ਦੀ ਦਾਤ ਮਿਲੀ ਸੀਗੀ ਔਰ ਜਦੋਂ ਆਪਣੇ ਹੀ ਜਿਹੜੇ ਰਿਸ਼ਤੇ ਨੇ ਜੋ ਆਪਣੇ ਹੀ ਖੂਨ ਦੇ ਰਿਸ਼ਤੇ ਨੇ ਉਹ ਐਵੇਂ ਚੱਟੇ ਹੋ ਜਾਣ ਤਾਂ ਕੋਈ ਕਿਸ ਦਾ ਇੱਥੇ ਜਿਹੜੀ ਹੈ ਉਹ ਜ਼ਿੰਮੇਵਾਰੀ ਲੈ ਸਕਦਾ ਹੈ। ਇਹ ਕੀ ਦੁਨੀਆਦਾਰੀ 'ਚ ਹੋ ਗਿਆ ਹੈ? ਬਾਈ ਜੀ ਤੁਸੀਂ ਕੀ ਰਿਸ਼ਤੇ ਦੇ ਵਿੱਚ ਕੀ ਲੱਗਦੇ ਹੋ ਜੀ? ਸਾਡਾ ਭਾਂਜਾ ਲੱਗਦਾ ਜੀ। ਹਾਂਜੀ। ਕਿਉਂ ਐਵੇਂ ਦਾ ਕਦਮ, ਇੰਨਾ ਘਿਨਾਉਣਾ ਕਦਮ ਜਿਹੜਾ ਹੈ ਉਹ ਕਿਉਂ ਚੁੱਕਣਾ ਪਿਆ? ਸਰ ਕੋਈ ਸਮਝ ਨਹੀਂ ਇਹ ਚੀਜ਼ ਦੀ ਲੱਗਣ ਡਈ ਜੀ। ਫਿਰ ਹਾਲ ਦੀ ਘੜੀ ਅਸੀਂ ਤੇ ਸੋਚ ਵੀ ਨਹੀਂ ਸਕਦੇ ਜਿਹੜਾ ਇਹ ਕੰਮ ਹੋਇਆ ਜੀ, ਕਿਉਂਕਿ ਜਿੱਡੀ ਵੱਡੀ ਇਹ ਗੱਲ ਹੋ ਗਈ ਅਸੀਂ ਸੋਚ ਵੀ ਨਹੀਂ ਸਕਦੇ। ਸਾਨੂੰ ਇਹ ਮਤਲਬ ਕਿ ਆਸ ਨਹੀਂ ਕੋਈ ਹੈਗੀ ਜਿਹੜਾ ਇਹ ਕੰਮ ਨੇ ਕਰ ਦਿੱਤਾ, ਕਿਉਂਕਿ ਬਾਕੀ ਜਿਹੜੀ ਆ ਪਰਿਵਾਰ ਦੇ ਤਰੀਕੇ ਨਾਲ ਅਸੀਂ ਮਿਲਦੇ ਆ ਬੜੇ ਚਿਰ ਦੇ, ਕਾਫੀ ਟਾਈਮ ਤੇ, ਕਿਹੜਾ ਵੀ ਅੱਜ ਸਾਡੇ ਨਾਲ ਆਉਣ ਲੱਗਾ ਜੀ। ਡਿਪਰੈਸ਼ਨ 'ਚ ਉਹ ਵਿਅਕਤੀ ਰਹਿੰਦਾ ਸੀਗਾ ਕਿ ਬਿਲਕੁਲ ਠੀਕ ਠਾਕ ਸੀ? ਇਹੋ ਜਿਹਾ ਕੋਈ ਚੱਕਰ ਹੀ ਨਹੀਂ ਜੀ, ਬਿਲਕੁਲ ਠੀਕ ਠਾਕ ਆ। ਇਹ ਤਾਂ ਕੋਈ ਸਮਝ ਨਹੀਂ ਆਉਂਦੀ ਵੀ ਇਹ ਕਾਰਨ ਕੀ ਬਣਿਆ ਹੈ, ਕਿਉਂਕਿ ਇਹਦੀ ਜਿਹੜੀ ਜਾਂਚ ਚੰਗੀ ਤਰ੍ਹਾਂ ਹੋਣੀ ਚਾਹੀਦੀ ਆ। ਇਹਦੇ ਪਿੱਛੇ ਕੋਈ ਹੋਰ ਕੋਈ ਹੱਥ ਨਾ ਹੋਵੇ, ਕੋਈ ਸਿਆਸਤ ਜਿਹੜੀ ਆ ਕੋਈ ਕੀ ਖੇਡੀ ਜਾਣ ਡਈ ਆ। ਸਾਨੂੰ ਕੋਈ ਸ਼ਰੀਕੇਬਾਜ਼ੀ ਤਾਂ ਅਕਸਰ ਅਸੀਂ ਸੁਣਦੇ ਆ ਨਾ ਕਿ ਸ਼ਰੀਕੇਬਾਜ਼ੀ ਹੁੰਦੀ ਹੈ, ਜ਼ਮੀਨ ਦਾ ਰੌਲਾ ਹੁੰਦਾ ਤਾਂ ਕਤਲ ਹੋ ਜਾਂਦੇ ਨੇ, ਪਰ ਇਹ ਤਾਂ ਬਾਪ ਨਹੀਂ ਆਪਣਾ ਔਰ ਉਹ ਵੀ 3 ਸਾਲ ਦਾ ਜਿਸਨੇ ਜਿਸ ਸਾਰੀ ਜ਼ਿੰਦਗੀ ਦੇਖਣੀ ਸੀ, ਆਪਣੇ ਬਾਪ ਦਾ ਸਹਾਰਾ ਬਣਨਾ ਸੀ, ਮਾਪਿਆਂ ਦਾ ਸਹਾਰਾ ਬਣਨਾ ਸੀ, ਉਹਨਾਂ ਨੇ ਪਹਿਲਾਂ ਹੀ ਆਪਣਾ ਹੀ ਲਾਇਆ ਬੂਟਾ ਹੀ ਵੜਤਾ। ਸਰ ਇਹ ਚੀਜ਼ ਤੇ ਇਹਨਾਂ ਦਾ ਕੋਈ ਕਿਸੇ ਨਾਲ ਲੜਾਈ ਝਗੜਾ ਨਹੀਂ, ਆਪਦਾ ਘਰੇਲੂ ਕੰਮ ਕਰਦਾ, ਦੁਕਾਨ ਤੇ ਲੱਗਾ ਹੋਇਆ ਜੀ। 12-15 ਸਾਲ ਤੋਂ ਇਹ ਦੁਕਾਨ ਤੇ ਕੰਮ ਕਰਦਾ ਆ ਰਿਹਾ ਵਾ, ਕੋਈ ਕਿਸੇ ਨਾਲ ਇਹਦਾ ਲੈਣ ਦੇਣ ਨਹੀਂ ਆ, ਆਪਦਾ ਵਧੀਆ ਸਿਸਟਮ ਚੱਲਣ ਡਿਆ ਸੀ। ਇੱਥੋਂ ਤੱਕ ਜੀ ਕੁੜੀ ਤੇ ਅਜੇ ਤੱਕ ਯਕੀਨ ਨਹੀਂ ਕਰਨ ਡਈ ਕਿ ਇਹ ਮੇਰਾ ਘਰ ਵਾਲਾ ਹੀ ਇਹ ਕੰਮ ਕਰ ਸਕਦਾ। ਹਾਂਜੀ, ਉਹ ਚੀਜ਼ ਇਹ ਸੋਚਣ ਡਈ ਆ ਕਿ ਨਹੀਂ ਇਹ ਕਰ ਹੀ ਨਹੀਂ ਸਕਦਾ ਇਹਦਾ। ਉਹਨਾਂ ਨੂੰ ਇੱਥੋਂ ਤੱਕ ਅਜੇ ਤੱਕ ਯਕੀਨ ਨਹੀਂ ਹੋਣ ਡਿਆ ਜੀ। ਸਾਨੂੰ ਖੁਦ ਸਾਰੇ ਯਕੀਨ ਨਹੀਂ ਹੋਣ ਡਿਆ, ਅਸੀਂ ਸਾਰਾ ਕੁਝ ਹੀ ਕਰਨ ਡਿਆ, ਕਿਉਂਕਿ ਇਹ ਚੀਜ਼ ਆ ਵੀ ਉਹ ਇਹੋ ਜਿਹਾ ਬੰਦਾ ਕਰ ਨਹੀਂ ਸਕਦਾ। ਪਤਾ ਨਹੀਂ ਕਾਰਨ ਕੀ ਬਣਿਆ, ਇਹਦੇ ਮਗਰ ਤੱਕ ਜਾਣਾ ਚਾਹੀਦਾ ਵਾ, ਇਹਦੀ ਫੁੱਲ ਮਤਲਬ ਕਿ ਜਾਣਕਾਰੀ ਕਿ ਕੋਈ ਹੋਰ ਵੀ ਲੋਕ ਇਸ ਦੇ ਵਿੱਚ ਇਨਵੋਲਵ ਹੋ ਸਕਦੇ ਨੇ। ਤਾਂ ਅਸੀਂ ਕੁਝ ਨਹੀਂ ਦੱਸ ਸਕਦੇ, ਸਾਨੂੰ ਤਾਂ ਕੋਈ ਜਾਪਦਾ ਨਹੀਂ, ਕਿਉਂਕਿ ਸਾਡਾ ਪਰਿਵਾਰ ਦੇ ਨਾਲ ਮੇਲ ਮਿਲਾਪ ਉਹਨਾਂ ਨਾਲ ਵਧੀਆ ਵਾ, ਉਹਨਾਂ ਨਾਲ ਵਧੀਆ ਵਾ। ਪਿੱਛੇ ਵੀ ਕੋਈ ਰੰਜਿਸ਼ ਨਹੀਂ, ਕਿਸੇ ਨਾਲ ਕੋਈ ਚੱਕਰ ਨਹੀਂ ਹੈ, ਕੋਈ ਚੱਕਰ ਨਹੀਂ ਹੈਗਾ ਇਹੋ ਜਿਹਾ। ਸਿਰਫ ਗੱਲ ਇਹ ਚੱਲਣ ਡਈ ਆ ਵੀ ਜਿਹੜੀ ਇਹਦੇ ਪਿੱਛੇ ਕੋਈ ਜਾਂਚ ਹੋਣੀ ਚਾਹੀਦੀ ਆ ਵੀ ਜਿਹੜਾ ਇਹ ਮਤਲਬ ਕਿ ਗੱਲ ਘੁੱਟ ਕੇ ਉਹਨੂੰ ਮਾਰ ਕੇ ਸੂਏ ਚਾਖਣ ਡਿਆ ਸੁੱਟਦਾ। ਕੱਲ ਸ਼ਾਮ ਤੱਕ ਸਾਨੂੰ ਇਹਨੇ ਦੱਸਿਆ ਨਹੀਂ, ਕੱਲ ਸ਼ਾਮ ਦੱਸਿਆ ਨਹੀਂ ਵੀ ਮਤਲਬ ਕਿ ਜਿਹੜਾ ਵਾ ਮੈਂ ਆਹ ਕੰਮ ਕੀਤਾ ਵਾ, ਮੈਂ ਇਹਨੂੰ ਮਾਰਤਾ। ਕਦੀ ਇਹ ਕਹਿੰਦਾ ਸੀਗਾ ਕਿ ਮੋਟਰਸਾਈਕਲ ਤੋਂ ਡੇਪਿਆ ਤੇ ਸੱਟ ਲੱਗ ਗਈ ਆ। ਆਪ ਇਹਨੇ ਇਹ ਮੰਨ ਲਈ, ਐਡਮਿਟ ਕੀਤੀ ਇਹਨੇ ਸਰ ਸਾਹਮਣੇ ਸ਼ਾਮੀ ਜਿਹੜਾ ਵਾ ਨਾ ਮੁਲਾਜ਼ਮ ਜਦੋਂ ਆਇਆ, ਮੁਲਾਜ਼ਮਾ ਕੋਈ ਨੇ ਸ਼ਾਮੀ ਮੰਨ ਗਿਆ ਵਾ। ਇਹਨੇ ਇਹ ਗੱਲ ਕਹੀ ਆ ਕਿ ਮੇਰੇ ਮੋਟਰਸਾਈਕਲ ਤੋਂ ਡਿੱਗ ਕੇ ਸੱਟ ਲੱਗਣ ਦਾ ਕਾਰਨ ਜਦੋਂ ਸੱਟ ਲੱਗੀ ਮੈਂ ਇਹਨੂੰ ਸੂਏ ਸੁੱਟ ਦਿੱਤਾ। ਪਰ ਫਿਰ ਜਦੋਂ ਇਹ ਮਤਲਬ ਕਿ ਇਹਨੇ ਆਪਦਾ ਮੋਬਾਈਲ ਲੱਭ ਕੇ ਦਿੱਤਾ ਜੀ, ਜਿੱਥੇ ਉਹ ਬਾਅਦ ਚ ਡੇਰਾ ਸਾਹਿਬ ਦੇ ਲਾਗੇ ਜਾ ਕੇ, ਲੁਹਾਰ ਪਿੰਡ ਦੇ ਲਾਗੇ ਡੇਰਾ ਸਾਹਿਬ ਡਿੱਗਾ ਵਾ, ਇਹਨੇ ਜਦੋਂ ਬਾਅਦ ਚ ਦੱਸਿਆ ਕਿ ਮੇਰਾ ਜਿਹੜਾ ਵਾ ਨਾ ਮੋਬਾਈਲ ਉੱਥੇ ਆ, ਜਦੋਂ ਮੋਬਾਈਲ ਲੱਭ ਗਿਆ ਫਿਰ ਸਾਨੂੰ ਸ਼ੱਕ ਪੂਰਾ ਫੁੱਲ ਹੋ ਗਿਆ ਜੀ। ਇਹਨੇ ਮਤਲਬ ਕਿ ਜਿਹੜੀ ਆ ਕਾਰਵਾਈ ਕੋਈ ਕੀਤੀ ਆ। ਬਾਅਦ ਵਿੱਚ ਇਹ ਸ਼ਾਮੀ ਮੰਨਿਆ ਵਾ ਮੁਲਾਜ਼ਮਾਂ ਦੇ ਕੋਲ ਕਿ ਮੈਂ ਜਿਹੜਾ ਗਲ ਘੁੱਟ ਕੇ ਰੱਸੀ ਨਾਲ ਮਾਰਿਆ, ਮੋਟਰਸਾਈਕਲ ਦੇ ਮਗਰ ਰੱਸੀ ਬੱਧੀ, ਉਸੇ ਨਾਲ ਗਲ ਘੁੱਟਿਆ। ਅੱਜ ਵੀ ਰੱਸੀ ਜਿਹੜੀ ਆ ਉਹਦੇ ਗਲ ਦੇ ਵਿੱਚ ਹੀ ਆ, ਉਹ ਰੱਸੀ ਮੌਜੂਦਾ ਉਹਦੇ ਗਲ ਦੇ ਵਿੱਚ, ਉਦਾਂ ਹੀ ਬੱਧੀ ਦੋਹਰੀ ਰੱਸੀ ਕਰਕੇ ਹੋਇਆ। ਬਹੁਤ ਜ਼ਿਆਦਾ ਮਾੜਾ ਵਾ ਸਾਰੇ, ਮਤਲਬ ਕਿ ਜਿਹੜੀ ਬਹੁਤ ਜ਼ਿਆਦਾ ਦੁਖਦਾਈ ਘਟਨਾ ਵਾ। 12-13 ਸਾਲਾਂ ਬਾਅਦ ਬੱਚਾ ਜਿਹੜੇ ਮੰਗ ਕੇ ਬਾਬੇ ਭੋਲਾ ਸੋਹਣਾ ਨੇ ਬਹੁਤ ਮਤਲਬ ਕਿ ਅਰਦਾਸਾਂ ਬੇਨਤੀਆਂ ਕੀਤੀਆਂ। ਮੈਨੂੰ ਲੱਗਦਾ ਘਰੇ ਜਾਨਵਰ ਹੁੰਦਾ, ਆਪਾਂ ਉਹਦੇ ਨਾਲ ਨਹੀਂ ਇਹੋ ਜਿਹਾ ਕੰਮ ਕਰਦੇ, ਤਾਂ ਇਹ ਤਾਂ ਫੇਰ ਆਪਣਾ ਮਤਲਬ ਖੂਨ ਹੈ ਤੁਹਾਡਾ, ਆਪਣਾ ਰਿਸ਼ਤਾ ਸੀਗਾ ਉਹਨਾਂ ਦਾ ਬਾਪ ਦਾ, ਔਰ ਉਸ ਬਾਪ ਨੇ ਇਹੋ ਜਿਹਾ ਕਦਮ ਚੱਕ ਲਿਆ। ਔਰ ਬੜੀ ਸ਼ਰਮ ਵਾਲੀ ਗੱਲ, ਔਰ
ਔਰ ਯਕੀਨ ਲੋਕਾਂ ਨੂੰ ਵੀ ਨਹੀਂ ਆ ਰਿਹਾ ਔਰ ਲੋਕ ਵੀ ਕਹਿੰਦੇ ਨੇ ਕਿ ਕੀ ਹੋਇਆ ਕੀ ਅਜਿਹਾ ਕਿ ਪਿਓ ਹੀ 3 ਸਾਲ ਦੇ ਬੱਚੇ ਦਾ ਕਾਤਲ ਬਣ ਗਿਆ। ਸਰ ਅਸੀਂ ਵੇਖੋ 13 ਤਰੀਕ ਦੇ ਅਸੀਂ ਭੱਜੇ ਫਿਰਦੇ ਹਾਂ ਜੀ, ਰਾਤ ਸਾਰੀ ਰਾਤ ਅਸੀਂ ਲੱਭਦੇ ਰਹੇ ਹਾਂ ਜੀ ਪਿੰਡਾਂ 'ਚ। 13 ਤਰੀਕ ਦੇ ਡਏ ਅਸੀਂ, 14 ਦੇ ਡਏ ਅਸੀਂ, ਸਾਰੀ ਦੇਖਭਾਲ ਕਰਦੇ ਰਹੇ ਹਾਂ। ਸਾਨੂੰ ਇਹ ਤੇ ਯਕੀਨ ਹੀ ਨਹੀਂ ਨੇ, ਸਾਡੇ ਆਪ ਗੱਡੀਆਂ 'ਚ ਭਾ ਕੇ ਲਈ ਫਿਰਦੇ ਹਾਂ ਜੀ ਇਹਨੂੰ। ਸਾਨੂੰ ਇਹ ਚੀਜ਼ ਦਾ ਭੋਰਾ ਨਹੀਂ ਹੈਗਾ, ਜੇ ਸਾਨੂੰ ਹੁੰਦਾ ਤਾਂ ਅਸੀਂ 13 ਤਰੀਕ ਨੂੰ ਹੀ ਮੁਲਾਜ਼ਮਾਂ ਨੂੰ ਇਹ ਗੱਲ ਕਹੀ। ਪੁਲਿਸ ਅਫਸਰ ਨਾਲ ਵੀ ਗੱਲਬਾਤ ਕਰ ਰਿਹਾ ਸੀ, ਮੈਂ ਕਿਹਾ ਕਿਉਂਕਿ ਸਾਨੂੰ ਵੀ ਕੋ ਰਿਪੋਰਟਿੰਗ ਕਰਦੇ ਆ ਥੋੜਾ ਬਹੁਤਾ ਸ਼ੱਕ ਪੈ ਜਾਂਦਾ ਸੀ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਲੱਗਦਾ ਨਹੀਂ ਕਿ ਫਾਦਰ ਦੇ ਉੱਤੇ ਵੀ ਕੋਈ ਡਾਊਟ ਹੈਗਾ। ਕਹਿੰਦਾ ਹੈ ਤਾਂ ਹੈ, ਪੁਲਿਸ ਵਾਲੇ ਕਹਿੰਦੇ ਪਰ ਜਦੋਂ ਅਸੀਂ ਸਵਾਲਾਂ ਨੂੰ ਪੁੱਛਦੇ ਹਾਂ ਤਾਂ ਰੋਣਾ ਸ਼ੁਰੂ ਕਰ ਦਿੰਦੇ, ਤਾਂ ਕਹਿੰਦੇ ਅਸੀਂ ਉਸ ਉੱਤੇ ਪ੍ਰੈਸ਼ਰ ਵੀ ਨਹੀਂ ਜ਼ਿਆਦਾ ਬਣਾ ਸਕਦੇ। ਪਰ ਉਹੀ ਗੱਲ ਹੋਈ, ਦੇਖੋ ਕੀ ਕਹਿੰਦੇ ਆ, ਉਹ ਪਿਤਾ ਨੇ ਹੀ ਜਿਹੜਾ ਹੈ ਉਹ ਕਤਲ ਕਰ ਦਿੱਤਾ। ਸਰ ਇਹ ਚੀਜ਼ ਤੇ ਮੁਲਾਜ਼ਮ ਵਧੀਆ ਗਾਈਡ ਕਰਦੇ ਰਹੇ ਸਾਨੂੰ ਅੱਜ ਤੱਕ। ਮੁਲਾਜ਼ਮਾਂ ਕੋਈ ਸਾਨੂੰ ਬਹੁਤ ਸਾਡੀ ਸਪੋਰਟ ਕੀਤੀ ਹੈ ਜੀ। ਐਸਐਸਪੀ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੀ ਇਹ ਸਪੋਰਟ ਕੀਤੀ ਆ। ਪਰ ਜਿੱਥੋਂ ਤੱਕ ਇਹ ਆ ਵੀ ਮੁਲਾਜ਼ਮ ਜਦੋਂ ਇਹਨੂੰ ਪੁੱਛਦੇ ਸੀਗੇ, ਇਹ ਗੱਲ ਸੱਚ ਆ ਕਿ ਇਹ ਉਸੇ ਵੇਲੇ ਰੋਣ ਲੱਗ ਪੈਂਦਾ ਸੀਗਾ। ਜਦੋਂ ਇਹ ਰੋਣ ਲੱਗ ਪੈਂਦਾ ਮੁਲਾਜ਼ਮ ਫਿਰ ਸਾਨੂੰ ਦੇ ਦਿੰਦੇ ਸੀ ਕਿ ਇਹਨੂੰ ਤੁਸੀਂ ਲੈ ਜਾਓ, ਇਹਨੂੰ ਘਰੇ ਖੜੋ ਜਾਂ ਇਹਨੂੰ ਠੰਡਾ ਪਿਆ ਕੇ ਇਹਨੂੰ ਪੁੱਛੋ। ਸਾਨੂੰ ਕੁਝ ਵੀ ਨਹੀਂ ਦੱਸਦਾ, ਸਾਨੂੰ ਇਹੀ ਗੱਲ ਕਰੀ ਗਿਆ ਵਾਰ-ਵਾਰ, ਮਿਲ ਕੇ ਮੇਰੇ ਤੋਂ ਖੋ ਕੇ ਲੈ ਗਏ। ਇੱਕ ਮੇਰੇ ਗੱਡੀ ਮਗਰ ਆਉਂਦੀ ਆ ਜੀ, ਇੱਕ ਉਹ ਆਉਂਦੀ ਆ। ਅਸੀਂ ਮਤਲਬ ਕਿ ਸਰੋਂ ਦੇ ਨਾਲ ਬਹੁਤ ਕੈਮਰੇ ਚੈੱਕ ਕੀਤੇ, ਅਸੀਂ ਆਪਦੀ ਬਹੁਤ ਬਿਆਨ ਵੀ ਬਦਲ ਰਿਹਾ ਸੀ ਆਪਣੇ। ਬਿਆਨ ਬਦਲਣ ਦਾ ਕਾਰਨ ਹੀ ਸਾਰੇ ਇੱਥੇ ਸਾਨੂੰ ਸ਼ੱਕ ਹੋਣਾ ਸ਼ੁਰੂ ਹੋ ਗਿਆ, ਕਿਉਂਕਿ ਜਦੋਂ ਬਿਆਨ ਪਹਿਲਾਂ ਬਦਲੇ ਆ, ਪਹਿਲਾਂ ਬਿਆਨ ਇਹਨੇ ਦਿੱਤੇ ਆ ਜੀ ਡੇਰਾ ਸਾਹਿਬ ਲੋਹਾਰ, ਫਿਰ ਹਿਸਾਬ ਲਾ ਲਓ ਵੀ ਕਿੱਥੇ 10 ਕਿਲੋਮੀਟਰ ਦਾ ਗੈਪ ਟੋਟੀਆਂ ਪਿੰਡ ਆ ਗਿਆ ਜੀ। ਜਦੋਂ ਇਹਨੇ ਅਗਲੇ ਦਿਨ ਸਿਰੇ ਟੋਟੀਆਂ ਕਹਿਤਾ, ਫਿਰ ਇਹਨੇ ਕਹਿਤਾ ਮੇਰੇ ਤੋਂ ਖੋਲਿਆ, ਫਿਰ ਇਹਨੇ ਬਿਆਨ ਸ਼ਾਮੀ ਹੌਲੀ ਹੌਲੀ ਦੇਣ ਲੱਗ ਪਿਆ। ਮੇਰਾ ਮੋਬਾਈਲ ਇਹਦਾ ਜਿਹੜਾ ਟੋਟੀਆਂ ਆ ਕੇ ਬੰਦ ਹੋ ਗਿਆ, ਕਦੀ ਕਿਤੇ ਹੋ ਗਿਆ, ਸਾਰਾ ਕੁਝ ਦੇਣ ਲੱਗ ਪਿਆ। ਬਾਅਦ ਚ ਇਹਨੇ ਹੌਲੀ ਜੀ ਦੇਤਾ ਕਿ ਇਹ ਜਿਹੜਾ ਨਾ ਮੈਂ ਇਹਨੂੰ ਮੇਰੇ ਗਾੜੀ ਕੋ ਡਿੱਪਿਆ, ਇਹਦੇ ਸੱਟ ਲੱਗ ਗਈ, ਮੈਂ ਮਾਰੀ ਦੇਨੇ ਦਰਿਆ 'ਚ ਸੁੱਟਤਾ ਸੂਏ 'ਚ, ਵੀ ਮੈਂ ਘਰੇ ਜਾ ਕੇ ਕੀ ਮੂੰਹ ਖਾਊਂਗਾ। ਪਰ ਸਥਿਤੀ ਗਲਤ ਦੱਸਦਾ ਰਿਹਾ, ਪੁਲਿਸ ਨੂੰ ਜਿਹੜਾ ਇਹ ਭੜਕਾਉਂਦਾ ਹੀ ਰਿਹਾ ਵਾ, ਪੁਲਿਸ ਨੂੰ ਕੋਈ ਸੱਚਾ ਬਿਆਨ ਹੀ ਨਹੀਂ ਦਿੱਤਾ। ਬਿਲਕੁਲ, ਤਾਂ ਪੁਲਿਸ ਨੂੰ ਵੀ ਘੁੰਮਣ ਘੇਰੀਆਂ ਦੇ ਵਿੱਚ ਪਾਈ ਗਏ ਔਰ ਬਿਆਨ ਕਿਸੇ ਵੀ ਤਰੀਕੇ ਦਾ ਸੱਚਾ ਨਹੀਂ ਦਿੱਤਾ ਗਿਆ। 13 ਤਰੀਕ ਦੀ ਇਹ ਘਟਨਾ ਹੁੰਦੀ ਹੈ ਔਰ ਅੱਜ ਜਾ ਕੇ ਜਿਹੜੀ ਕੱਲ ਸ਼ਾਮ ਜਿਹੜੀ ਹੈ ਉਹ ਬੱਚੇ ਦੀ ਮ੍ਰਿਤਕ ਦੇਹ ਪ੍ਰਾਪਤ ਹੁੰਦੀ ਹੈ। ਅੱਜ ਹਸਪਤਾਲ ਦੇ ਵਿੱਚ ਲੈ ਕੇ ਆਏ ਨੇ ਪੋਸਟਮਾਰਟਮ ਦੇ ਲਈ ਔਰ ਬੱਚੇ ਦੇ ਗਲ ਦੇ ਵਿੱਚ ਅਜੇ ਵੀ ਰੱਸੀ ਜਿਹੜੀ ਹੈ ਉਹ ਬੰਨੀ ਹੋਈ ਹੈ। ਪਿਤਾ ਨੇ ਮੋਟਰਸਾਈਕਲ ਦੇ ਪਿੱਛੇ ਜੋ ਰੱਸੀ ਬੰਨੀ ਹੋਈ ਸੀ ਉਸ ਦੇ ਨਾਲ ਹੀ ਉਸ ਬੱਚੇ ਦਾ, ਉਸ ਮਾਸੂਮ ਦਾ, ਗੁਰਸੇਵਕ ਦਾ ਗਲਾ ਘੋਟ ਦਿੱਤਾ ਔਰ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਬੜੀ ਸ਼ਰਮ ਆਉਂਦੀ ਹੈ ਅਜਿਹੇ ਲੋਕਾਂ ਦੇ ਉੱਤੇ, ਅਜਿਹੇ ਸਮਾਜ ਦੇ ਵਿੱਚ ਅਜਿਹੇ ਲੋਕਾਂ ਦੀ ਸੋਚ ਕੇ ਇਹਨਾਂ ਦੀ ਇਹ ਕੀਤੇ ਹੋਏ ਕਾਰਨਾਮੇ ਵੇਖ ਕੇ ਬਹੁਤ ਮਨ ਦਰਦ ਦੇ ਨਾਲ ਭਰ ਜਾਂਦਾ ਹੈ ਕਿ ਲੋਕਾਂ ਨੂੰ ਹੋ ਕੀ ਗਿਆ ਹੈ। ਇਹ ਰਿਸ਼ਤੇ ਕਿਸ ਤਰੀਕੇ ਦੇ ਨਾਲ ਤਾਰ-ਤਾਰ ਹੁੰਦੇ ਹੋਏ ਨਜ਼ਰ ਆਉਂਦੇ ਨੇ। ਸ਼ਰੀਕੇਬਾਜ਼ੀਆਂ ਦੇ ਵਿੱਚ ਤਾਂ ਸੁਣਿਆ ਸੀ ਕਿ ਇਹ ਜਿਹੇ ਕਦਮ ਚੱਕ ਲਿੱਤੇ ਜਾਂਦੇ ਨੇ, ਪਰ ਕੋਈ ਆਪਣੇ ਪੁੱਤਰ ਦਾ ਆਪ ਵੀ ਕਤਲ ਕਰ ਸਕਦਾ ਹੈ। ਇਸ ਤੋਂ ਵੱਡੀ ਸ਼ਰਮ ਦੀ ਗੱਲ ਕੋਈ ਨਹੀਂ ਹੋ ਸਕਦੀ। ਕੈਮਰਾ ਪਰਸਨ ਦਵਿੰਦਰ ਤਨਕਾ, ਗੰਦੀਪ ਸਿੰਘ, ਪ੍ਰੋ ਪੰਜਾਬ।